जिस तरह कि सानू बड़े विस्तार दे नाल सीए अश्विनी गुप्ता जी वालों जानकारी दी गई है, इस संबंधी साडे नाल होर बथेरी जानकारी साझी करन वास्ते साडे नाल ने सीए अश्विनी जिंदल जी, असीं नाल भी गलबात करते हैं। सर, जिहड़ा अज दा जिहड़ा तीसरा भाग जिहड़ा वित्त मंत्री निर्मला सीतारमन जी वालों जिहड़ा अज जिस दे बारे जानकारी दी गई है उन्हां वालों, तुहानूं की लगदा कि अज दा जिहड़ा तीसरा भाग है किवें दा, थोड़ा अपने बारे देखो, इस तरह पहले 2 भाग आए, लोगों को भी कैश मिलेगा, वो कुछ नहीं मिलेगा कैश, लेकिन वो रिफॉर्म्स सीगे लिक्विडिटी इनफ्यूज़ करने लिए। अज वाले भी रिफॉर्म्स ने, अज वाले रिफॉर्म्स के 1,64,000 करोड़ के रिफॉर्म्स ने स्पैसीफिकली एग्रीकल्चर, एनीमल हसबेंडरी, फिशरी, इन्होंने सारे लिए। अज वाले भी फाइनैंसिंग मेयर ही ने, लेकिन कुछ एक मेयर इस तरह के ने जिहड़े कि उन्होंने लॉज नूं डीरैगूलेट किया गा, खत्म किया गा, मोडिफाई किया गा, नवां लिआंदा गा। ਉਹਦੇ ਨਾਲ मैं समझदा भी इन्हां सैक्टरां दे विच बहुत वधिया रिस्पॉन्स आएगा। जो प्रधानमंत्री का सपना कि मिनीमम सपोर्ट प्राइस असी डबल कर देंगे, वो मैनूं लगदा इस इनीशिएटिव्स तो बाद ट्रूली अगर इंप्लीमेंट हो जाते हैं तो डबल हो जाएगी तो किसान खुशहाल हो जाएंगे। 60% जनता साडी इस एग्रीकल्चर लिस्ट के उत्ते, एग्रीकल्चर लिस्टां के उत्ते इस दे विच इनवोल्ड ने, एग्रीकल्चर एक्टिविटीज़ दे विच, ते वो अगर खुशहाल ने तो 40% की खुशहाली शुरू हो जाएगी। जिस तरह इंडस्ट्रीयल रेवोल्यूशन आया सी, ये एक ग्रीन रेवोल्यूशन आ, अगर ये टोटली ट्रू स्पिरिट दे विच इंप्लीमेंट हो जाता। किस तरह आप अज उल्टा चलांगे। सब तो पहला आप गल करांगे भी जिहड़े लॉ ने उन्होंने किस तरह इन्होंने मोडिफाई किया बैटरमेंट लई, किसानां दे लई। सब तो पहला उन्होंने एक एग्रीकल्चरल लिस्ट, उन्होंने बीजन तो पहला ये नहीं पता हुंदा कि मेरे खेत च किन्ने एकड़, 1 एकड़ दे विच किन्नी क्वांटिटी होगी तो की उहदा रेट होगा। रेट तो फिर भी गौरमेंट मिनीमम सपोर्ट प्राइस दस दिंदी है, लेकिन उन्होंने पता नहीं हुंदा भी वो मिलूगी कि नहीं मिलूगी। ਉਹਦੇ ਲਈ ਉਹਨਾਂ ਨੇ बहुत ਵੱਡਾ ਰੈਵੋਲੂਸ਼ਨ ਲਿਆਤਾ कि ਬੀਜਣ ਤੋਂ ਪਹਿਲਾਂ ਅਸੀਂ ਇਸ ਤਰ੍ਹਾਂ ਦਾ ਲੋ ਲਿਆ ਰਹੇ ਹਾਂ ਕਿ ਤੁਹਾਨੂੰ ਪਹਿਲਾਂ ਪ੍ਰੈਡਿਕਟ ਕਰ ਸਕੋ ਕਿ ਮੈਨੂੰ ਕਿਸ ਪ੍ਰਾਈਸ ਤੇ, ਕਿਸ ਰੇਟ ਤੇ ਕਿੰਨੀ ਕੁਆਂਟੀਟੀ। ਉਹਦੇ ਲਈ ਪ੍ਰਾਈਵੇਟ ਸੈਕਟਰ ਦੀ ਇਨਵੈਸਟਮੈਂਟ ਕਰਾਂਗੇ। ਤੇ ਉਹਨਾਂ ਨੇ ਵਰਡ ਯੂਜ਼ ਨਹੀਂ ਕੀਤਾ ਕੰਟਰੈਕਟ ਫਾਰਮਿੰਗ, ਮੋਰ ਔਰ ਲੈਸ ਕੰਟਰੈਕਟ ਫਾਰਮਿੰਗ ਵੱਲ ਇਸ਼ਾਰਾ ਕਿ ਲੀਗਲ ਫਰੇਮਵਰਕ ਬਣਾਵਾਂਗੇ। ਜਿਹੜੇ ਐਗਰੀਗੇਟਰ ਨੇ, ਜਿਹੜੇ ਇਕੱਠਾ ਕਰਦੇ ਆ ਤੁਹਾਡਾ ਆਪਣਾ ਪ੍ਰੋਡਿਊਸ, ਜਾਂ ਜਿਹੜੇ ਲਾਰਜ ਰਿਟੇਲਰ ਨੇ ਜਾਂ ਐਕਸਪੋਰਟਰਸ ਨੇ, ਉਹਨਾਂ ਨੂੰ ਇਨਵੋਲਵ ਕਰਾਂਗੇ। ਜਿਸ ਤਰ੍ਹਾਂ ਰਿਲਾਇੰਸ ਆ, ਫਿਊਚਰ ਰਿਟੇਲ ਚੇਨ ਆ, ਜਾਂ ਹੋਰ ਵੱਡੇ ਐਕਸਪੋਰਟਰ ਨੇ ਜਿਹੜੇ ਤੁਹਾਨੂੰ ਕੰਟਰੈਕਟ ਫਾਰਮਿੰਗ ਦੇ ਥਰੂ ਕਹਿਣਗੇ ਕਿਸਾਨ ਨੂੰ ਕਿ ਜੀ ਤੁਹਾਡੇ 1 ਏਕੜ ਦੇ ਵਿੱਚ 70,000 ਰੁਪਏ ਦੀ ਕਣਕ ਹੁੰਦੀ ਹੈ ਨਾ, ਤੇ ਅਸੀਂ ਤੁਹਾਨੂੰ 70,000 ਰੁਪਏ ਅਸ਼ੋਰ ਕਰਤਾ ਕਿ ਤੁਸੀਂ ਸਾਨੂੰ ਦੇ ਦਿਓ 70,000 ਰੁਪਏ ਦੀ। ਅਗਰ ਜ਼ਿਆਦਾ ਪ੍ਰੋਡਿਊਸ ਹੋ ਗਈ, ਮੰਨ ਲਓ 100 ਟਨ ਤੋਂ ਜ਼ਿਆਦਾ ਹੋ ਗਈ, ਤਾਂ ਅਸੀਂ ਤੁਹਾਨੂੰ ਉਹਦੇ ਪੈਸੇ ਲੱਗ ਦੇ ਦਾਂਗੇ ਇਸ ਰੇਟ ਨਾਲ, ਜਿਹੜੀ ਕਿ ਮਿਨੀਮਮ ਸਪੋਰਟ ਪ੍ਰਾਈਸ ਆ, ਜਿਹੜੇ ਕਿ ਪ੍ਰਧਾਨ ਮੰਤਰੀ ਨੇ ਕਿਹਾ ਡਬਲ ਕਰਾਂਗੇ, ਉਹ ਡਬਲ ਹੋ ਜਾਏਗੀ। ਕਿਉਂਕਿ ਤੁਹਾਨੂੰ ਪਹਿਲਾਂ ਪਤਾ ਹੋਊਗਾ ਵੀ ਤੁਸੀਂ ਆਪਣੀ ਪ੍ਰੋਡਿਊਸ ਵੇਚਤੀ, ਤੇ ਉਹਨਾਂ ਨੂੰ ਫਾਈਨਾਂਸ ਲੈਣ ਲਈ ਕਿਤੇ ਇੱਧਰ ਉੱਧਰ ਆੜਤੀ ਕੋਲੇ ਵੀ ਨਹੀਂ ਜਾਣਾ ਪਏਗਾ। ਕਿ ਰੀਜ਼ਨ ਕੀ ਆ ਕਿ ਹੋ ਸਕਦਾ ਜਿਹੜਾ ਬੰਦਾ ਪ੍ਰੋਡਿਊਸ ਲੈ ਰਿਹਾ ਉਹ ਕਹੇ ਜੀ ਤੂੰ ਅੱਧੇ ਪੈਸੇ ਪਹਿਲਾਂ ਲੈ ਲਾ ਤੇ ਆਪਣੀ ਪ੍ਰੋਡਿਊਸ ਕਰ, ਤੇ ਜਦੋਂ ਆ ਜਾਊਗੀ ਉਦੋਂ ਅਸੀਂ ਤੇਰੇ ਤੋਂ ਖਰੀਦ ਲਾਂਗੇ, ਉਦੋਂ ਅਸੀਂ ਤੈਨੂੰ ਬੈਲੈਂਸ ਪੇਮੈਂਟ ਕਰ ਦਿਆਂਗੇ। ਸੈਕਿੰਡ, ਉਹਨਾਂ ਨੇ ਕਿਹਾ ਐਗਰੀਕਲਚਰ ਮਾਰਕੀਟਿੰਗ ਰਿਫੋਰਮਸ, ਸੈਂਟਰਲ ਲੋ ਬਣਾਵਾਂਗੇ। ਇਹ ਨਹੀਂ ਹੈਗਾ APMC ਜਿਵੇਂ ਮੰਡੀਆਂ ਦੇ ਵਿੱਚ ਅੱਜ ਕਣਕ ਆ, ਮੈਨੂੰ ਪਤਾ ਜਲੰਧਰ ਹੀ ਵੇਚਣੀ ਪੈਣੀ ਆ, ਤੇ ਮੇਰੇ ਕੋਲ ਕੋਈ ਗਾਹਕ ਨਹੀਂ ਹੈਗਾ ਇੰਟਰਸਟੇਟ ਦਾ ਵੀ ਬਾਹਰ ਮੈਂ ਅਗਰ ਹਰਿਆਣੇ 'ਚ ਵੇਚਣੀ ਆ। ਉਹਦੇ ਲਈ ਕਹਿੰਦੇ ਅਸੀਂ ਪਲੇਟਫਾਰਮ ਬਣਾਵਾਂਗੇ, ਤੁਸੀਂ ਬਾਹਰ ਸਟੇਟਾਂ 'ਚ ਜਾ ਕੇ ਵੇਚੋ, ਤਾਂ ਕਿ ਤੁਹਾਨੂੰ ਜਿੱਥੋਂ ਵਧੀਆ ਰੇਟ ਮਿਲਦਾ ਉੱਥੇ ਵੇਚੋ। ਗੌਰਮੈਂਟ ਸਪੋਰਟ ਕਰੇਗੀ ਤਾਂ ਕਿ ਤੁਹਾਨੂੰ ਇਹ ਨਹੀਂ ਹੈਗਾ ਵੀ ਪੰਜਾਬ 'ਚ ਜ਼ਿਆਦਾ ਹੋਗੀ ਤਾਂ ਇੱਥੇ ਘੱਟ ਰੇਟ ਮਿਲ ਰਿਹਾ ਵੀ ਤੁਸੀਂ ਕਿਤੇ ਹੋਰ ਨਹੀਂ ਵੇਚ ਸਕਦੇ। ਤੀਜਾ, ਉਹਨਾਂ ਨੇ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਮੋਡੀਫਿਕੇਸ਼ਨ ਕੀਤੀ ਹੈ। ਖਤਮ ਤਾਂ ਨਹੀਂ ਕੀਤਾ, ਖਤਮ ਵਰਗਾ ਕਰਤਾ ਕਿ ਉਹ ਲੱਗੇਗਾ ਹੀ ਨਹੀਂ। ਕਦੋਂ ਲੱਗੇਗਾ ਅਸੈਂਸ਼ੀਅਲ ਕਮੋਡਿਟੀ ਐਕਟ? ਵੀ ਤੁਸੀਂ ਆਪਣਾ ਸਮਾਨ ਸਟੋਕ ਨਹੀਂ ਕਰ ਸਕਦੇ, ਹੋਲਡ ਨਹੀਂ ਕਰ ਸਕਦੇ, ਉਦੋਂ ਲੱਗੇਗਾ ਜਦੋਂ ਡਿਜ਼ਾਸਟਰ ਆਏਗਾ ਨੈਸ਼ਨਲ, ਜਾਂ ਪ੍ਰਾਈਸ ਡਬਲ ਹੋ ਜਾਏਗੀ, ਇੰਨੇ ਜ਼ਿਆਦਾ ਵੱਧ ਜੂਗੀ ਕਿ ਗੌਰਮੈਂਟ ਨੂੰ ਇੰਟਰਵੀਨ ਕਰਨਾ ਪਵੇ। ਅਗਰ ਖੁਦ ਕਿਸਾਨ ਜਾਂ ਰਿਟੇਲਰ ਅਗਰ ਉਹ ਹੋਲਡਿੰਗ ਕਰਦਾ ਤਾਂ ਉਹਦੇ 'ਤੇ ਕੋਈ ਲਿਮਿਟੇਸ਼ਨ ਨਹੀਂ। ਅੱਜ ਦੀ ਡੇਟ 'ਚ ਲਿਮਿਟੇਸ਼ਨ ਆ ਕੇ ਚੈੱਕ ਕਰਦੇ ਆ ਜੀ ਸਟੋਕ ਤੁਸੀਂ ਇੰਨਾ ਕਿਵੇਂ ਹੋਲਡ ਕਰ ਲਿਆ, ਤਾਂ ਕਿ ਕਿਸਾਨ ਨੂੰ ਬੈਟਰ ਪ੍ਰਾਈਸ ਮਿਲ ਸਕੇ। ਸੈਕਿੰਡ, ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰੋਸੈਸਰ ਨੇ, ਜਿਹੜੇ ਪ੍ਰੋਸੈਸਿੰਗ ਕਰਦੇ ਆ ਇਸ ਦੀ ਫੂਡ ਪ੍ਰੋਸੈਸਿੰਗ ਦੀ, ਜਾਂ ਵੈਲਿਊ ਚੇਨ ਐਡੀਸ਼ਨ ਨੇ, ਜਾਂ ਐਕਸਪੋਰਟਰ ਆ, ਉਹਦੇ ਉੱਤੇ ਉਹ ਲਿਮਿਟ ਫੇਰ ਵੀ ਨਹੀਂ ਲੱਗੇਗੀ, ਚਾਹੇ ਜੋ ਮਰਜ਼ੀ ਹੋ ਜਾਵੇ। ਜੋ ਉਹਨਾਂ ਨੇ ਸਟੋਕ ਹੋਲਡ ਕੀਤਾ ਜਿੰਨਾ ਮਰਜ਼ੀ ਕੀਤਾ, ਉਹਦੇ 'ਤੇ ਐਸੈਂਸ਼ੀਅਲ ਕਮੋਡਿਟੀ ਐਕਟ ਨਹੀਂ ਲੱਗੇਗਾ, ਜਿਹਦੇ ਨਾਲ ਕੀ ਆ ਕਿ ਪੋਜ਼ਿਟਿਵਿਟੀ ਆਏਗੀ। ਉਹ ਪ੍ਰੋਕਿਉਰਮੈਂਟ ਕਰਕੇ ਰੱਖਣਗੇ ਵੱਧ ਰੇਟ 'ਤੇ ਵੀ। ਉਸ ਤੋਂ ਆਪਾਂ ਅੱਗੇ ਆਈਏ, ਇਹ ਸੀਗੇ 3 ਰਿਫੋਰਮਸ ਜਿਹੜੇ ਗਵਰਨੈਂਸ ਰਿਲੇਟਡ ਨੇ। ਹੁਣ 8 ਰਿਫੋਰਮਸ ਉਹ ਨੇ ਜਿਹੜੇ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ,
ਜਿਸ ਤਰ੍ਹਾਂ ਲੋਨਸ ਦੀ ਪਹਿਲੇ 2 ਪੈਕੇਜਸ 'ਚ ਦਿੱਤੀ ਹੈ ਜਾਂ ਕੋਈ ਹੋਰ ਸਬਸਿਡੀ ਵਗੈਰਾ ਦਿੱਤੀ ਹੈ ਥੋੜ੍ਹੀ ਬਹੁਤ, ਉਹਦੇ ਬਾਰੇ ਆਪਾਂ ਹੁਣ ਗੱਲ ਕਰਾਂਗੇ। ਇੱਕ ਹੈਗਾ ਇਹਨਾਂ ਦਾ ਟੋਪ ਟੂ ਟੋਟਲ ਕੀ ਹੈ, ਟੋਮੈਟੋ, ਓਨੀਅਨ ਤੇ ਪੋਟੈਟੋ। ਬਾਕੀ ਵੈਜੀਟੇਬਲ, ਫਰੂਟਸ, ਉਹਨਾਂ ਵਾਸਤੇ ਉਹ ਕਹਿੰਦੇ ਅਸੀਂ ਨਾ ਇੱਕ ਉਹ ਕੀ ਪੈਰੀਸ਼ੇਬਲ ਚੀਜ਼ਾਂ ਨੇ, ਉਹਨਾਂ ਦਾ ਬੜਾ ਘੱਟ ਪ੍ਰਾਈਸ ਮਿਲਦਾ ਜਦੋਂ ਜ਼ਿਆਦਾ ਪ੍ਰੋਡਿਊਸ ਹੋ ਜਾਂਦੀਆਂ ਨੇ। ਪੰਜਾਬ 'ਚ ਜ਼ਿਆਦਾ ਹੋ ਗਈਆਂ ਲੇਕਿਨ ਰਿਕੁਆਇਰਮੈਂਟ ਹੈਗੀ ਬਿਹਾਰ 'ਚ। ਉਹ ਕਹਿੰਦੇ ਜੀ ਅਸੀਂ ਆਪਰੇਸ਼ਨ ਗ੍ਰੀਨ ਲਿਆ ਰਹੇ ਹਾਂ, ਜਿਹਦੇ ਵਿੱਚ ਅੱਜ ਬਿਹਾਰ 'ਚ ਰਿਕੁਆਇਰਮੈਂਟ ਆ ਨਾ ਟਮਾਟਰਾਂ ਦੀ, ਮੰਨ ਲਓ, ਜਾਂ ਟਮਾਟਰਾਂ ਤੋਂ ਇਲਾਵਾ ਆਪਾਂ ਗੋਭੀ ਦੀ ਸਬਜ਼ੀ ਦੀ ਲੈ ਲਈਏ ਜਾਂ ਘੀਆ ਦੀ ਲੈ ਲਈਏ, ਇੱਥੇ ਤਾਂ ਆਪਣੇ ਰੁਲਦੀ ਪਈ ਆ ਤੇ ਉੱਥੇ ਮਿਲਦੀ ਨਹੀਂ ਪਈ। ਉਹ ਕਹਿੰਦੇ ਟਰਾਂਸਪੋਰਟੇਸ਼ਨ ਤੁਸੀਂ ਉੱਥੇ ਭੇਜੋ, 50% ਟਰਾਂਸਪੋਰਟਰ ਨੂੰ ਸਬਸਿਡੀ ਗਵਰਨਮੈਂਟ ਦੇਗੀ। ਤੇ ਜੇ ਉਹਨੂੰ ਸਟੋਰ ਕਰ ਸਕਦੇ ਹੋ 5-4 ਦਿਨਾਂ ਲਈ ਕਿਤੇ ਭੇਜਣ ਲਈ, ਸਟੋਰੇਜ ਲਈ, ਕੋਲਡ ਸਟੋਰ ਲਈ, ਉਹ ਬਣਾਉਣ ਲਈ 50% ਸਬਸਿਡੀ ਗਵਰਨਮੈਂਟ ਦੇਗੀ। ਇਹ ਇਹਨਾਂ ਨੇ 2 ਇਨੀਸ਼ੀਏਟਿਵ ਇਹਦੇ 'ਚ ਲੈਤੇ ਆ ਤਾਂ ਕਿ ਤੁਹਾਨੂੰ ਬੈਟਰ ਪ੍ਰਾਈਸ ਮਿਲ ਸਕੇ ਇਹਨਾਂ ਪੈਰੀਸ਼ੇਬਲ ਚੀਜ਼ਾਂ ਦੀ। ਉਸ ਤੋਂ ਬਾਅਦ ਬੀ ਕੀਪਿੰਗ, ਆ ਜਿਹੜੇ ਮਧੂ ਮੱਖੀਆਂ ਨੇ, ਇਹਨਾਂ ਲਈ 500 ਕਰੋੜ ਦਾ ਇਨੀਸ਼ੀਏਟਿਵ ਲੈਤਾ ਹੈਗਾ। ਉਸ ਤੋਂ ਬਾਅਦ ਹਰਬਲ ਕਲਟੀਵੇਸ਼ਨ, ਹਰਬਲ ਪਲਾਂਟੇਸ਼ਨ ਲਈ ਮੈਡੀਕਲ ਜਿਹੜੇ ਪੌਦੇ ਨੇ, ਮੈਡੀਕਲ ਜਿਹੜੇ ਆਪਣੇ ਹਰਬਲ 'ਚ ਯੂਜ਼ ਹੁੰਦੇ ਆ, ਉਹਨਾਂ ਲਈ ਗੌਰਮੈਂਟ ਨੇ 4000 ਕਰੋੜ ਦਾ ਪ੍ਰਬੰਧਨ ਰੱਖਿਆ ਕਿ ਗੰਗਾ ਦੇ 800 ਹੈਕਟੇਅਰ ਏਰੀਏ ਦੇ ਵਿੱਚ ਜਿੱਥੇ ਸੋਇਲ ਹੋ ਸਕਦੀ ਹੈ ਇਹਨਾਂ ਚੀਜ਼ਾਂ ਦੀ, ਉੱਥੇ ਤੁਸੀਂ ਪ੍ਰੋਡਿਊਸ ਕਰ ਸਕੋ। ਉਸ ਤੋਂ ਬਾਅਦ ਐਨੀਮਲ ਹਸਬੈਂਡਰੀ ਲਈ 15000 ਕਰੋੜ ਦਾ ਪ੍ਰੋਜੈਕਟ ਰੱਖਿਆ। ਇੱਕ ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਬਣਾਇਆ ਗਵਰਨਮੈਂਟ ਨੇ, ਜਿਹਦੇ ਵਿੱਚ 100% ਵੈਕਸੀਨੇਸ਼ਨ, ਮੱਝਾਂ, ਗਾਵਾਂ, ਬੱਕਰੀਆਂ, ਸੂਰ, ਸਾਰੇ ਤਰ੍ਹਾਂ ਦੇ ਜਿੰਨੇ ਵੀ ਪਸ਼ੂ ਆ ਉਹਨਾਂ ਦੀ ਵੈਕਸੀਨੇਸ਼ਨ ਕਰਾਂਗੇ 100%। ਲਗਭਗ ਸ਼ਾਇਦ ਉਹ 53 ਕਰੋੜ ਨੇ, 1.5 ਕਰੋੜ ਹੁਣ ਤੱਕ ਕਰ ਚੁੱਕੇ ਆ, ਤਾਂ ਕਿ ਉਹਨਾਂ ਨੂੰ ਜਿਹੜੀ ਬਿਮਾਰੀ ਪੈਂਦੀ ਆ ਉਹ ਨਾ ਪਵੇ ਤੇ ਉਹ ਮਰਨ ਨਾ। ਤੇ ਇਹਦੇ ਲਈ ਉਹਨਾਂ ਨੇ 13,343 ਕਰੋੜ ਰੁਪਏ ਦਾ ਪ੍ਰਾਵਧਾਨ ਰੱਖਿਆ ਕਿ ਖਰਚਾਂਗੇ ਤੇ 100% ਉਹਨਾਂ ਦੀ ਵੈਕਸੀਨੇਸ਼ਨ ਕਰਾਂਗੇ। 20,000 ਕਰੋੜ ਰੁਪਏ ਦਾ ਫਿਸ਼ਰਮੈਨਾਂ ਲਈ, ਥੋੜਾ ਟੈਕਨੀਕਲ ਪਾਰਟ ਆ, 11,000 ਕਰੋੜ ਰੁਪਏ ਮਰੀਨ ਤੇ ਫਿਸ਼ਰਮੈਨਾਂ ਲਈ ਤੇ 9,000 ਕਰੋੜ ਰੁਪਏ ਉਹਨਾਂ ਦੀ ਕੋਲਡ ਚੇਨ ਲਈ, ਉਹਨੂੰ ਪ੍ਰਮੋਟ ਕਰਨ ਲਈ ਵੀ ਗਵਰਨਮੈਂਟ ਨੇ ਪ੍ਰਾਵਧਾਨ ਰੱਖਿਆ। 10,000 ਕਰੋੜ ਰੁਪਏ ਦਾ ਇੱਕ ਮਾਈਕਰੋ ਫੂਡ ਐਂਟਰਪ੍ਰਾਈਜ਼ਸ ਕਲਸਟਰ ਬੇਸਡ ਅਪਰੋਚ ਫੰਡ ਬਣਾਇਆ। ਉਹਦਾ ਕੀ ਪਰਪਸ ਆ, ਮੰਨ ਲਓ ਇੱਕ ਮੈਂਗੋ ਕੇਸਰ ਨੇ, ਇੱਕ ਮੈਂਗੋ ਨੋਰਮਲ ਨੇ, ਇੱਕ ਸੇਬ ਨੇ, ਇੱਕ ਹੋਰ ਚੀਜ਼ ਆ, ਉਹ ਡਿਫਰੈਂਟ ਏਰੀਆ ਦੇ ਵਿੱਚ ਹੁੰਦੀ ਆ, ਅਲੱਗ-ਅਲੱਗ ਸਟੇਟ 'ਚ ਹੁੰਦੀ ਆ। ਉਹਨਾਂ ਨੂੰ ਜਿਹੜੇ ਫਸਈ ਦੇ ਜਿਹੜੇ ਫੂਡ ਅਥਾਰਟੀ ਦੇ ਸਟੈਂਡਰਡਸ ਨੇ, ਉਹਦੇ ਹਿਸਾਬ ਨਾਲ ਉਹਨੂੰ ਆਪਾਂ ਜਿਵੇਂ ਕਹਿ ਸਕਦੇ ਹਾਂ ਕਿ ਅਪਗ੍ਰੇਡੇਸ਼ਨ ਟੈਕਨੀਕਲੀ ਕਰਨ ਲਈ ਉਹਨੂੰ ਫੈਸਿਲੀਟੇਟ ਕਰੇਗਾ ਤਾਂ ਕਿ ਉਹ ਪ੍ਰੋਡਿਊਸ ਆਪਣੇ ਵਧੀਆ ਰੇਟ ਦੇ ਉੱਤੇ ਵੇਚ ਸਕਣ। ਉਹਨਾਂ ਕਲਸਟਰਾਂ ਨੂੰ ਉਹ ਕਲਸਟਰ ਡਿਵੈਲਪ ਕਰਨਗੇ। ਤੇ 1 ਲੱਖ ਕਰੋੜ ਰੁਪਏ ਦਾ ਉਹਨਾਂ ਨੇ ਫਾਰਮ ਗੇਟ ਬਣਾਇਆ। ਫਾਰਮ ਗੇਟ ਜਿਵੇਂ ਕਿ ਇੰਫਰਾਸਟਰਕਚਰ ਡਿਵੈਲਪਮੈਂਟ ਲਈ, ਕਿ ਜੋ ਪ੍ਰੋਡਿਊਸ ਹੁੰਦਾ ਪੋਸਟ ਪ੍ਰੋਡਿਊਸ ਜਿਹੜੀ ਮੈਨੇਜਮੈਂਟ ਆ ਆਫਟਰ ਹਾਰਵੈਸਟਿੰਗ, ਉਹਨੂੰ ਕੋਲਡ ਸਟੋਰੇਜ ਦੇ ਵਿੱਚ ਵੇਅਰ ਹਾਊਸਿੰਗ ਦੇ ਵਿੱਚ, ਉਹਨਾਂ ਦੇ ਉੱਤੇ ਗਵਰਨਮੈਂਟ 1 ਲੱਖ ਕਰੋੜ ਰੁਪਏ ਦੀ ਸਪੋਰਟ ਕਰੇਗੀ ਤਾਂ ਕਿ ਉਹ ਪ੍ਰੋਡਿਊਸ ਨੂੰ ਸੰਭਾਲਿਆ ਜਾ ਸਕੇ ਤੇ ਸਹੀ ਰੇਟ ਤੇ ਜਿਹੜਾ ਐਗਰੀਕਲਚਰਿਸਟ ਆ ਉਹਨੂੰ ਵੇਚ ਸਕੇ। ਇਹ ਅੱਜ ਦੇ ਇਨੀਸ਼ੀਏਟਿਵ ਅਗਰ ਸਹੀ ਹੋ ਜਾਂਦੇ ਨੇ, ਸਹੀ ਦਿਸ਼ਾ 'ਚ ਲਿੱਤੇ ਜਾਂਦੇ ਨੇ ਤੇ ਸਹੀ ਦਿਸ਼ਾ 'ਚ ਇੰਪਲੀਮੈਂਟ ਹੋ ਜਾਂਦੇ ਆ ਤੇ ਇਹਦੇ ਵਿੱਚ ਕੋਈ ਫਲਾਅ ਨਹੀਂ ਨਿਕਲਦਾ, ਤਾਂ ਮੈਨੂੰ ਲੱਗਦਾ ਇਹ ਇੱਕ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਹੋਏਗਾ ਤੇ ਜਿਹਦੇ ਨਾਲ ਆਉਣ ਵਾਲੇ ਟਾਈਮ 'ਚ ਸਾਡੀ 60% ਪੋਪੂਲੇਸ਼ਨ 'ਚ ਇੱਕ ਹੋਪ ਜਾਗੇਗੀ ਕਿ ਅਸੀਂ ਐਗਰੀਕਲਚਰਲ ਐਕਟੀਵਿਟੀਆਂ ਦੇ ਵਿੱਚ ਵੀ ਕਮਾ ਸਕਦੇ ਹਾਂ ਤੇ ਅਸ਼ੋਰਡ ਕਮਾ ਸਕਦੇ ਹਾਂ ਕਿ ਜਿਹੜੀ ਆਪਦਾ ਆਉਂਦੀ ਸੀ ਉਹ ਕਾਫੀ ਹੱਦ ਤੱਕ ਘਟ ਜਾਏਗੀ। ਸੋ ਜਿਹੜੇ ਸਾਡੇ ਅਰਥ ਵਿਵਸਥਾ ਦੇ ਜਿਹੜੇ ਮਾਹਰ ਨੇ ਉਹਨਾਂ ਵੱਲੋਂ ਬੜੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਹੜਾ ਅੱਜ ਦਾ ਜਿਹੜਾ ਨਿਰਮਲਾ ਸੀਤਾਰਮਨ ਜੀ ਵਿੱਤ ਮੰਤਰੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਤੀਜੇ ਭਾਗ ਦੇ ਵਿੱਚ, ਉਸ ਦੇ ਵਿੱਚ ਕਿਸਾਨਾਂ ਨੂੰ ਪੂਰਾ ਜਿਹੜਾ ਕਿ ਲਾਭ ਹੋਣ ਵਾਲਾ ਹੈ ਜੇਕਰ ਉਹ ਮੁਕੰਮਲ ਤੌਰ 'ਤੇ ਉਸ ਦੇ ਉੱਤੇ ਅਮਲ ਕੀਤਾ ਜਾਂਦਾ ਹੈ, ਜੇ ਜਾਂ ਮੁਕੰਮਲ ਤੌਰ 'ਤੇ ਉਹ ਲਾਗੂ ਹੁੰਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਅੱਜ ਦੇ ਭਾਗ ਦੇ ਵਿੱਚ ਕਿਸਾਨਾਂ ਨੂੰ ਮੁਕੰਮਲ ਤੌਰ 'ਤੇ ਲਾਭ ਹੁੰਦਾ ਹੈ ਜਾਂ ਨਹੀਂ। ਚਿਰਾਗ ਸ਼ਰਮਾ, ਅਜੀਤ ਵੈਬ ਟੀਵੀ, ਜਲੰਧਰ। 20 ਲੱਖ ਕਰੋੜ ਦੇ ਪੈਕੇਜ ਦੇ ਅਧੀਨ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਵੱਲੋਂ ਜਿਹੜਾ ਕਿ ਤੀਜੇ ਭਾਗ ਦੀ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਬਾਰੇ ਸਾਡੇ ਨਾਲ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਹੈਗੇ ਨੇ ਸੀਏ ਅਸ਼ਵਨੀ ਗੁਪਤਾ ਜੀ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਜਿਹੜਾ ਤੀਜਾ ਭਾਗ ਜਿਹੜਾ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਵੱਲੋਂ ਜਿਹੜਾ ਦੱਸਿਆ ਗਿਆ, ਜਾਣਕਾਰੀ ਦਿੱਤੀ ਗਈ ਹੈ, ਚਲੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਜਿਹੜਾ ਮੱਧ ਵਰਗ ਵਾਸਤੇ ਖਾਸ ਤੌਰ 'ਤੇ ਕਿਸ ਤਰ੍ਹਾਂ ਹੈਗਾ ਅਤੇ ਉਸਦਾ ਕੀ ਇੰਪੈਕਟ ਹੈ? ਨਹੀਂ, ਜਿਹੜਾ ਤੀਸਰਾ ਭਾਗ ਆਇਆ ਜੀ, ਇਹ ਆਇਆ ਹੀ ਸਿਰਫ ਐਗਰੀਕਲਚਰ ਲਈ ਹੈ, ਫਾਰਮਰ ਲਈ ਹੈ, ਛੋਟੇ ਫਾਰਮਰ ਲਈ ਹੈ, ਫਿਸ਼ਰਮੈਨ ਲਈ ਹੈ, ਜਿਹੜੇ ਹੋਰ ਐਂਸੀਲਰੀ ਧੰਦੇ ਨੇ, ਡੈਰੀ ਲਈ ਹੈ,
ਇਹਦੇ 'ਚ ਉਹਨਾਂ ਦੇ ਥਰੂ ਜੇ ਕੋਈ ਮਿਡਲ ਕਲਾਸ ਨੂੰ ਫਾਇਦਾ ਹੋਏਗਾ ਤਾਂ ਹੋਏਗਾ, ਪਰ ਇਹ ਬੇਸਿਕਲੀ ਡਾਇਰੈਕਟ ਬੈਨੀਫਿਟ ਜਿਹੜਾ ਹੈਗਾ ਇਹ ਸਿਰਫ ਐਗਰੀਕਲਚਰਿਸਟ ਔਰ ਫਾਰਮਰ ਨੂੰ ਹੀ ਹੈ, ਔਰ ਛੋਟੇ ਫਾਰਮਰ ਨੂੰ ਹੈ। ਤੇ ਸਰ ਇਸ ਨਾਲ ਜਿਹੜਾ ਅੱਜ ਜਿਹੜਾ ਉਹਨਾਂ ਵੱਲੋਂ ਜਿਹੜਾ ਸੰਬੋਧਨ ਕੀਤਾ ਗਿਆ ਸਰ, ਤੁਹਾਨੂੰ ਥੋੜਾ ਉਸ ਬਾਰੇ ਵੀ ਥੋੜਾ ਤਕਨੀਕੀ ਤੌਰ ਤੇ ਜਾਣਕਾਰੀ ਦੇਣਾ ਕਿ ਕਿੰਨਾ ਕੁ ਲਾਭ ਹੋਣ ਵਾਲਾ ਹੈ ਇਸ ਤੋਂ। ਦੇਖੋ, ਕੁੱਲ ਅੱਜ ਜਿਹੜਾ ਸਾਰਾ ਫੋਕਸ ਸੀਗਾ ਉਹ ਸੀਗਾ ਐਗਰੀਕਲਚਰਿਸਟ ਤੇ ਫਾਰਮਰ ਤੇ, ਔਰ ਉਹਦੇ 'ਚ 11 ਪੁਆਇੰਟ ਅੱਜ ਅਨਾਉਂਸ ਕੀਤੇ ਗਏ। ਅੱਜ ਤੀਜਾ ਟ੍ਰੈਂਚ ਸੀਗਾ ਜਿਹੜਾ ਪੈਕੇਜ ਸਾਡਾ ਇਕਨੋਮਿਕ ਸਟਿਮੂਲਸ ਪੈਕੇਜ ਚੱਲ ਰਿਹਾ, ਉਹਦਾ ਤੀਸਰਾ ਪੜਾਅ ਸੀਗਾ ਅੱਜ, ਔਰ ਉਮੀਦ ਤਾਂ ਅੱਜ ਵੀ ਬਹੁਤ ਸੀਗੀ, ਠੀਕ ਹੈ, ਉਹਦੇ ਐਗਰੀਕਲਚਰ ਸਪੈਸੀਫਿਕ ਹੋਣ ਕਰਕੇ ਅਸੀਂ ਸਮਝਦੇ ਹਾਂ ਕਿ ਹੱਲੇ ਹੋਰ ਚੀਜ਼ਾਂ ਆਉਣਗੀਆਂ। ਅੱਜ ਦੇ ਜਿਹੜਾ ਸੀਗਾ ਇਹਦੇ 'ਚ ਜਿਵੇਂ ਪਹਿਲੇ ਦੋ ਟ੍ਰੈਂਚ 'ਚ ਅਸੀਂ ਦੇਖਿਆ ਕਿ ਸਰਕਾਰ ਦਾ ਜਿਹੜਾ ਜ਼ਿਆਦਾ ਜ਼ੋਰ ਹੈਗਾ ਉਹ ਇਸ ਗੱਲ 'ਤੇ ਹੈ ਕਿ ਅਸੀਂ ਜਿਹੜਾ ਕੰਸਰਨਡ ਕੰਜ਼ਿਊਮਰ ਹੈ, ਯਾਨੀ ਕਿ ਚਾਹੇ ਉਹ ਫਾਰਮਰ ਹੈ ਚਾਹੇ ਉਹ MSME ਹੈ, ਅਸੀਂ ਉਹਨੂੰ ਸਟਰੋਂਗ ਕਰੀਏ ਔਰ ਫਿਰ ਉਹ ਆਪਣੀ ਸਟਰੈਂਥ ਦੇ ਨਾਲ ਜਿਹੜਾ ਹੈਗਾ ਇਸ ਜਿਹੜੇ ਸੰਕਟ 'ਚੋਂ ਬਾਹਰ ਨਿਕਲੇ, ਨਾ ਕਿ ਅਸੀਂ ਉਹਨੂੰ ਸਿੱਧੇ ਪੈਸੇ ਦੇ ਦਈਏ ਅਤੇ ਉਹ ਆਪਣੇ ਪੈਸੇ ਖਰਚ ਲਏ ਅਤੇ ਪੈਸੇ ਖਤਮ ਹੋ ਜਾਵੇ ਅਤੇ ਉਸ ਤੋਂ ਬਾਅਦ ਉਹ ਪੈਸਾ ਜਿਹੜਾ ਹੈਗਾ ਫਿਰ ਮੰਗਣ ਲਈ ਦੁਬਾਰਾ ਖੜਾ ਹੋ ਜਾਏ। ਉਹਦੀ ਜਿਹੜੇ ਆਏ ਦੇ ਸਾਧਨ ਵਧਾਉਣ ਲਈ ਜ਼ਿਆਦਾ ਇਨਵੈਸਟਮੈਂਟ ਕੀਤੀ ਜਾ ਰਹੀ। ਇਹ ਜਿਹੜਾ ਤੀਜਾ ਟ੍ਰੈਂਚ ਹੈ ਇਹ ਵੀ ਉਸੇ ਲਾਈਨ 'ਚ ਇੱਕ ਪ੍ਰਯਾਸ ਸੀਗਾ, ਜਿਹਦੇ 'ਚ ਅੱਜ ਸਭ ਤੋਂ ਪਹਿਲਾਂ 1 ਲੱਖ ਕਰੋੜ ਰੁਪਈਆ ਪ੍ਰੋਵਾਈਡ ਕੀਤਾ ਗਿਆ ਹੈ। ਦੇਖੋ, ਇਹ ਪ੍ਰੋਵੀਜ਼ਨ ਹੈ, ਇਹ ਪੈਸਾ ਹਾਲੇ ਸਿੱਧਾ ਨਹੀਂ ਆਏਗਾ, ਇਹ ਨਬਾਰਡ ਦੇ ਥਰੂ ਆਉਣਾ ਹੈ, ਇਹ ਡਾਇਰੈਕਟ ਨਹੀਂ ਆਏਗਾ, ਲੇਕਿਨ ਇਨਫਰਾਸਟ੍ਰਕਚਰ ਬਿਲਡਿੰਗ ਲਈ, ਐਗਰੀਕਲਚਰ ਰਿਲੇਟਿਡ ਇਨਫਰਾਸਟ੍ਰਕਚਰ ਬਿਲਡਿੰਗ ਲਈ ਇਹ 1 ਲੱਖ ਕਰੋੜ ਰੁਪਈਆ ਗਵਰਨਮੈਂਟ ਨੇ ਮਨਜ਼ੂਰ ਕਰਤਾ। ਇੱਕ ਆ ਗਿਆ ਹੁਣ ਕਿ ਵੀ 1 ਲੱਖ ਕਰੋੜ ਅਵੇਲੇਬਲ ਹੋ ਜਾਏਗਾ, ਇਹਦਾ ਸਿਸਟਮ ਬਣ ਜਾਏਗਾ, ਔਰ ਉਸ 1 ਲੱਖ ਕਰੋੜ ਦੇ ਨਾਲ ਜਿਹੜਾ ਇਨਫਰਾਸਟ੍ਰਕਚਰ ਪੈਦਾ ਹੋਏਗਾ ਉਹਦਾ ਡੈਫੀਨੇਟਲੀ ਜਿਹੜਾ ਬੈਨੀਫਿਟ ਹੈਗਾ ਉਹ ਮਿਲੇਗਾ, ਪਰ ਇਹਦਾ ਕੋਈ ਪੈਸਾ ਕਿਸੇ ਕਿਸਾਨ ਨੂੰ ਸਿੱਧਾ ਨਹੀਂ ਜਾਏਗਾ। ਇਸੇ ਤਰ੍ਹਾਂ ਹੀ ਹੋਰ ਛੋਟੇ ਛੋਟੇ ਪ੍ਰੋਜੈਕਟ ਜਿਹੜੇ ਹੈਗੇ ਅਨਾਉਂਸ ਕੀਤੇ ਗਏ ਹੈ। 15,000 ਕਰੋੜ ਰੁਪਈਆ ਉਹ ਦਿੱਤਾ ਗਿਆ ਵੈ ਗ੍ਰੀਨ ਚੇਨ ਲਈ, 500 ਕਰੋੜ ਰੁਪਇਆ ਬੀ ਕੀਪਿੰਗ ਲਈ ਦਿੱਤਾ ਗਿਆ, 4,000 ਕਰੋੜ ਰੁਪਈਆ ਇੱਕ ਐਨੀਮਲ ਹਸਬੈਂਡਰੀ ਲਈ ਦਿੱਤਾ ਗਿਆ। ਜਿਹੜੇ ਸਾਡੇ ਐਨੀਮਲ ਜਿਹੜੇ ਬਿਮਾਰ ਹੋ ਜਾਂਦੇ ਨੇ, ਜਿਨ੍ਹਾਂ ਨੂੰ ਵਰਤ ਨਹੀਂ ਸਕਦੇ ਜਾਂ ਜਿਨ੍ਹਾਂ ਦੀ ਜਿਹੜੀ ਪ੍ਰੋਡਕਟ ਹੈਗੀ ਹੈ ਉਹ ਪੂਰਾ ਯੂਟੀਲਾਈਜ਼ ਨਹੀਂ ਕਰ ਪਾ ਰਹੇ, ਉਹਨਾਂ ਨੂੰ ਠੀਕ ਕਰਨ ਲਈ। ਇਸ ਤੋਂ ਇਲਾਵਾ ਕੈਟਲ ਫੀਡ ਵਗੈਰਾ ਜਿਹੜੀਆਂ ਆਈਟਮਾਂ ਹੈਗੀਆਂ ਇਹਨਾਂ ਨੂੰ ਐਕਸਪੋਰਟ ਕਰਨ ਲਈ, ਇਨਫਰਾਸਟ੍ਰਕਚਰ ਲਈ ਟੋਟਲ ਕੁੱਲ ਮਿਲਾ ਕੇ ਲਗਭਗ 1.5 ਲੱਖ ਕਰੋੜ ਰੁਪਈਆ ਇਹ ਅਨਾਉਂਸ ਕੀਤਾ ਗਿਆ। ਔਰ ਮੈਂ ਸਮਝਦਾ ਕਿ ਦੇਖੋ, ਇਸ ਵੇਲੇ ਕਈ ਦੋ ਵਿਚਾਰਧਾਰਾ ਚੱਲ ਰਹੀਆਂ। ਇੱਕ ਵਿਚਾਰਧਾਰਾ ਇਹ ਕਿ ਸਾਡੇ ਹੱਥ 'ਚ ਸਿੱਧਾ ਪੈਸਾ ਆਉਣਾ ਚਾਹੀਦਾ, ਇੱਕ ਵਿਚਾਰਧਾਰਾ ਇਹ ਕਿ ਸਿੱਧਾ ਪੈਸਾ ਜਿਹੜਾ ਹੈਗਾ ਉਹ ਨਾ ਦੇ ਕੇ ਲਗਾਤਾਰ ਕਮਾਈ ਵਾਲਾ ਸਾਧਨ ਬਣਾਇਆ ਜਾਵੇ। ਸਰਕਾਰ ਜਿਹੜੀ ਹੈ ਇਹ ਇਸ ਪੈਕੇਜ ਦੇ ਥਰੂ, ਪਹਿਲੇ ਪੈਕੇਜਾਂ ਦੇ ਥਰੂ ਇਹ ਸ਼ੋਅ ਕਰ ਚੁੱਕੀ ਹੈ ਕਿ ਅਸੀਂ ਜੋ ਦਿਆਂਗੇ ਉਹ ਦਿਆਂਗੇ ਜਿਹੜੀ ਚੀਜ਼ ਲੰਬੀ ਚੱਲੇਗੀ, ਜਿਹਦੇ ਤੋਂ ਤੁਹਾਨੂੰ ਲਗਾਤਾਰ ਕਮਾਈ ਹੋਏਗੀ। ਸੋ ਮੇਰੀ ਇਹ ਰਿਕੁਐਸਟ ਵੀ ਹੈ ਸਾਰਿਆਂ ਨੂੰ ਇਹਨੂੰ ਸਮਝਣ ਲਈ ਥੋੜ੍ਹੀ ਜਿਹੀ ਆਪਣੀ ਸੋਚ ਬਦਲਣ ਕਿ ਇਹ ਪੈਕੇਜ ਜੇ ਡਾਇਰੈਕਟ ਬੈਨੀਫਿਟ ਨਹੀਂ ਵੀ ਹੈਗਾ ਤਾਂ ਸਸਟੇਨਡ ਬੈਨੀਫਿਟ ਬਹੁਤ ਹੈ। ਸਸਟੇਨ ਦਾ ਸਰ ਕਿਵੇਂ ਭਾਵ, ਥੋੜਾ ਉਸ ਬਾਰੇ ਵੀ ਜਾਣ। ਸਸਟੇਨਡ ਦਾ ਮਤਲਬ ਹੈ ਕਿ ਜਿਹੜਾ ਲੰਬਾ ਚੱਲ ਸਕਦਾ, ਲਗਾਤਾਰ ਚੱਲ ਸਕਦਾ। ਤੁਸੀਂ ਦੋ ਤਰੀਕੇ ਨਾਲ, ਤੁਹਾਨੂੰ ਲੱਖ ਰੁਪਇਆ ਦੇਤਾ ਸਰਕਾਰ ਨੇ, ਹੁਣ ਤੁਸੀਂ ਉਸ ਲੱਖ ਰੁਪਏ ਦੇ ਨਾਲ ਆਪਣਾ ਘਰ ਦਾ ਖਰਚਾ 10,000 ਰੁਪਏ ਮਹੀਨਾ ਕਰਕੇ ਤੇ 10 ਮਹੀਨੇ ਆਪਣਾ ਗੁਜ਼ਾਰਾ ਕਰਕੇ ਬੜੇ ਖੁਸ਼ ਹੋ ਸਕਦੇ ਹੋ, ਜਾਂ ਤੁਸੀਂ ਉਸ ਲੱਖ ਰੁਪਏ ਦੇ ਨਾਲ ਕੋਈ ਧੰਦਾ ਸ਼ੁਰੂ ਕਰ ਸਕਦੇ ਹੋ ਜਿਹਦੇ 'ਚ 10,000 ਰੁਪਏ ਮਹੀਨਾ ਤੁਹਾਨੂੰ ਸਾਰੀ ਜ਼ਿੰਦਗੀ ਕਮਾਈ ਹੋ ਜਾਵੇ। ਤਾਂ ਇਹ ਸਮਝਣ ਦੀ ਲੋੜ ਹੈ ਕਿ ਇਹ ਜਿਹੜੀ ਐਫਰਟ ਹੋ ਰਹੀ ਹੈ ਉਹ ਇਸ ਤਰੀਕੇ ਨਾਲ ਹੋ ਰਹੀ ਹੈ ਕਿ ਅਸੀਂ ਉਹਨੂੰ ਲੰਬੇ ਤਰੀਕੇ ਲਈ ਪੈਸਾ ਵਰਤ ਸਕੀਏ। ਸੋ ਸੀਏ ਅਸ਼ਨੀ ਗੁਪਤਾ ਜੀ ਵੱਲੋਂ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਅੱਜ ਦਾ ਖਾਸ ਤੌਰ 'ਤੇ ਜਿਹੜਾ ਉਹਨਾਂ ਧਿਆਨ ਸੀ, ਖਾਸ ਤੌਰ 'ਤੇ ਕਿਸਾਨ ਤੇ ਕਿਸਾਨੀ ਦੇ ਉੱਤੇ ਸੀਗਾ, ਜਿਸ ਦਾ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਲੰਬੇ ਸਮੇਂ ਦੇ ਵਿੱਚ ਫਾਇਦਾ ਦੇਖਣ ਨੂੰ ਮਿਲ ਸਕਦਾ ਹੈ। ਚਿਰਾਗ ਸ਼ਰਮਾ, ਅਜੀਤ ਵੈਬ ਟੀਵੀ, ਜਲੰਧਰ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼।
ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।